ਸਤਿ ਸ੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਤੁਸੀਂ ਦੇਖ ਰਹੇ ਹੋ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ। ਸ਼ੁਰੂਆਤ ਕਰਨ ਜਾ ਰਹੇ ਹਾਂ ਵੱਡੀ ਖਬਰ ਇਸ ਸਮੇਂ ਨਾਂਦੇੜ ਸਾਹਿਬ ਤੋਂ ਆ ਰਹੀ ਹੈ, ਜਿੱਥੇ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਫਸੇ ਹੋਏ ਨੇ। ਵੱਡੀ ਤੇ ਚੰਗੀ ਖਬਰ ਉਹਨਾਂ ਦੇ ਲਈ। ਜੀ ਹਾਂ, ਫਸੇ ਜੋ ਪੰਜਾਬੀ ਹੋਏ ਨੇ ਨਾਂਦੇੜ ਸਾਹਿਬ ਦੇ ਵਿੱਚ, ਉਹਨਾਂ ਦੀ ਘਰ ਵਾਪਸੀ ਦਾ ਰਾਹ ਪੱਧਰਾ ਹੋ ਚੁੱਕਾ ਹੈ, ਰਾਹ ਸਾਫ਼ ਹੋ ਚੁੱਕਾ ਹੈ। ਕੇਂਦਰ ਨੇ ਮਹਾਰਾਸ਼ਟਰ ਸਰਕਾਰ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮਹਾਰਾਸ਼ਟਰ ਦੇ ਮੁੱਖ ਮੰਤਰੀ ਨੇ ਫੋਨ ਦੇ ਉੱਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜਾਣਕਾਰੀ ਦਿੱਤੀ। ਕੈਪਟਨ ਨੇ ਚੀਫ ਸਕੱਤਰ ਨੂੰ ਸਾਰੇ ਇੰਤਜ਼ਾਮ ਕਰਨ ਦੇ ਲਈ ਹੁਕਮ ਵੀ ਦੇ ਦਿੱਤੇ ਨੇ। ਪੰਜਾਬ ਸਰਕਾਰ ਸ਼ਰਧਾਲੂਆਂ ਦੀ ਵਾਪਸੀ ਦਾ ਪੂਰਾ ਖਰਚ ਚੁੱਕੇਗੀ। ਇਹ ਵੀ ਇਸ ਸਮੇਂ ਇੱਕ ਵੱਡੀ ਖਬਰ ਹੈ। ਤਾਂ ਤੁਹਾਨੂੰ ਦੱਸ ਦਈਏ ਕਿ ਨਾਂਦੇੜ ਦੇ ਵਿੱਚ ਫਸੇ ਪੰਜਾਬੀ ਜਲਦ ਆਪਣੇ ਘਰ ਦੇ ਵਿੱਚ ਹੋਣਗੇ ਵਾਪਸ, ਪੰਜਾਬ ਪਹੁੰਚ ਜਾਣਗੇ। ਜੋ ਗਿਣਤੀ ਉਹਨਾਂ ਦੀ ਤਕਰੀਬਨ 4000 ਦੇ ਕਰੀਬ ਦੱਸੀ ਜਾਂਦੀ ਹੈ। ਤੇ ਇਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਮਹਾਰਾਸ਼ਟਰ ਦੀ ਸਰਕਾਰ ਨੇ, ਮਹਾਰਾਸ਼ਟਰ ਦੇ ਮੁੱਖ ਮੰਤਰੀ ਉद्धਵ ਠਾਕਰੇ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਫੋਨ ਕਰਕੇ ਪੂਰੀ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਨੂੰ ਕੇਂਦਰ ਤੋਂ ਇਜਾਜ਼ਤ ਮਿਲ ਚੁੱਕੀ ਹੈ, ਕਿਉਂਕਿ ਮਹਾਰਾਸ਼ਟਰ ਤੋਂ ਪੰਜਾਬ ਤੱਕ ਦਾ ਜਿਹੜਾ ਸਫ਼ਰ ਹੈ ਇਸ ਸਮੇਂ ਲਾਕਡਾਊਨ ਹੈ, ਕਰਫਿਊ ਹੈ, ਤੇ ਇਸ ਵਿਚਾਲੇ ਕਿਤੇ ਨਾ ਕਿਤੇ ਔਖਾ ਸਾਬਤ ਹੋ ਸਕਦਾ ਸੀ। ਪਰ ਹੁਣ ਤੁਹਾਨੂੰ ਦੱਸ ਦਈਏ ਕਿ ਸਰਕਾਰ ਦੇ ਵੱਲੋਂ ਸਾਫ਼ ਕਰ ਦਿੱਤਾ ਗਿਆ, ਕੇਂਦਰ ਦੀ ਮਨਜ਼ੂਰੀ ਤੋਂ ਬਾਅਦ ਮਹਾਰਾਸ਼ਟਰ ਦੀ ਸਰਕਾਰ ਨੇ ਇਨਫੋਰਮ ਕਰ ਦਿੱਤਾ ਹੈ ਕਿ ਸਾਡੇ ਕੋਲ ਮਨਜ਼ੂਰੀ ਹੈ। ਤੇ ਦੂਜੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੀਫ ਸਕੱਤਰ ਨੂੰ ਹੁਕਮ ਦੇ ਦਿੱਤੇ ਨੇ ਕਿ ਸਾਰੇ ਇੰਤਜ਼ਾਮ ਕੀਤੇ ਜਾਣ ਕਿ ਜਿਹੜੇ ਲੋਕ ਉੱਥੇ ਫਸੇ ਹੋਏ ਨੇ, ਸ਼ਰਧਾਲੂ ਜਿਹੜੇ ਫਸੇ ਹੋਏ ਨੇ, ਉਹ ਵਾਪਸ ਆਪਣੇ ਘਰਾਂ ਤੱਕ ਪਹੁੰਚ ਸਕਣ ਜਲਦ ਤੋਂ ਜਲਦ। ਇਹ ਵੀ ਸਾਫ਼ ਕੀਤਾ ਗਿਆ ਕਿ ਉਹਨਾਂ ਦੀ ਘਰ ਵਾਪਸੀ ਤੱਕ ਦਾ ਜਿਹੜਾ ਪੂਰਾ ਖਰਚਾ ਹੈ ਉਹ ਜ਼ਰੂਰ ਪੰਜਾਬ ਸਰਕਾਰ ਦੇ ਵੱਲੋਂ ਹੀ ਚੱਕਿਆ ਜਾਵੇਗਾ। ਉਹਨਾਂ ਦੇ ਘਰ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਵੱਲੋਂ ਚੁੱਕੀ ਜਾਏਗੀ। ਤਾਂ ਕੇਂਦਰ ਨੇ ਮਹਾਰਾਸ਼ਟਰ ਸਰਕਾਰ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇੱਕ ਚੰਗੀ ਤੇ ਰਾਹਤ ਭਰੀ ਖਬਰ ਉਹਨਾਂ ਲੋਕਾਂ ਦੇ ਲਈ ਹੈ ਜੋ ਇਸ ਸਮੇਂ ਨਾਂਦੇੜ ਸਾਹਿਬ, ਹਜ਼ੂਰ ਸਾਹਿਬ ਦੇ ਵਿੱਚ ਫਸੇ ਹੋਏ ਨੇ, ਜੋ ਉੱਥੇ ਮੱਥਾ ਟੇਕਣ ਗਏ ਸੀ ਤੇ ਇਸ ਵਿਚਾਲੇ ਲਾਕਡਾਊਨ ਹੋ ਜਾਂਦਾ ਹੈ ਤੇ ਫਿਰ ਉਹ ਉੱਥੇ ਹੀ ਫਸ ਜਾਂਦੇ ਨੇ। ਵੱਡੀ ਗਿਣਤੀ ਦੇ ਵਿੱਚ ਰੋਜ਼ਾਨਾ ਉੱਥੇ ਜਿਹੜੇ ਸ਼ਰਧਾਲੂ ਨੇ ਪਹੁੰਚਦੇ ਨੇ, ਪੰਜਾਬ ਤੋਂ ਵੀ, ਦੇਸ਼ ਦੇ ਹੋਰ ਹਿੱਸਿਆਂ ਚੋਂ ਵੀ, ਤੇ ਜਿਹੜੇ ਹੋਰ NRIs ਨੇ ਉਹ ਵੀ ਹਜ਼ੂਰ ਸਾਹਿਬ ਦੇ ਵਿੱਚ ਗੁਰੂ ਘਰ ਦੇ ਦਰਸ਼ਨ ਕਰਨ ਦੇ ਲਈ ਪਹੁੰਚਦੇ ਨੇ। ਪਰ ਇਸ ਵਿਚਾਲੇ ਲਾਕਡਾਊਨ ਜਦੋਂ ਹੋਇਆ 25 ਤਰੀਕ ਤੋਂ, ਤਾਂ ਉਸ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਜੋ ਲੋਕ ਜਿੱਥੇ ਸੀ ਉੱਥੇ ਹੀ ਫਸੇ ਰਹਿ ਗਏ। ਤੇ ਇਸ ਵਿਚਾਲੇ ਇਹ ਲੋਕ ਕਾਫੀ ਦਿਨਾਂ ਤੋਂ ਪਰੇਸ਼ਾਨ ਵੀ ਹੁੰਦੇ ਹੋਏ ਨਜ਼ਰ ਆ ਰਹੇ ਸੀ। ਉਹਨਾਂ ਦੀ ਵੀਡੀਓਜ਼ ਅਸੀਂ ਵੀ ਗੱਲਬਾਤ ਕਰਨ ਦੀ ਕਈ ਵਾਰ ਕੋਸ਼ਿਸ਼ ਕੀਤੀ ਹੈ। ਤੇ ਇਸ ਵਿਚਾਲੇ ਕੇਂਦਰ ਸਰਕਾਰ ਦੇ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ। ਮਹਾਰਾਸ਼ਟਰ ਸਰਕਾਰ ਨੇ ਇਸ ਦੀ ਤਸਦੀਕ ਕਰ ਦਿੱਤੀ ਹੈ ਤੇ ਹੁਣ ਪੰਜਾਬ ਸਰਕਾਰ ਇੰਤਜ਼ਾਮ ਕਰ ਰਹੀ ਹੈ ਤਾਂ ਕਿ ਸ਼ਰਧਾਲੂਆਂ ਦੀ ਜਲਦ ਵਾਪਸੀ ਹੋ ਸਕੇ। डॉक्टर जी बोल रहे हो? मैं अमरिंदर सिंह बोल रहा हूँ। डॉक्टर जी कैसे हैं आप? मैं बिल्कुल ठीक। हाउ आर थिंग्स इन बॉम्बे? एनी बेटर? तो मैंने आपसे रिक्वेस्ट करनी थी, वो हमारे जो नंदेड़ में हमारे लड़के फंसे हुए हैं, तो क्या कैरियर सेंटर फिर मुझे मैं फिर होम मिनिस्टर से आज बात कर लूँ, फिर दोबारा मैं रिक्वेस्ट करता हूँ। हाँ हाँ जी, नहीं अच्छा, आपके पास जो हैं, नहीं हम तो सब संभाल रहे हैं उनको, नथिंग टू वरी। थैंक यू सो मच। ਤਾਂ ਵੱਡੀ ਖਬਰ ਇਸ ਸਮੇਂ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਰਹੇ ਹਾਂ ਕਿ ਰਾਹਤ ਦੀ ਖਬਰ ਹੈ। ਸ਼ਰਧਾਲੂਆਂ ਦੀ ਵਾਪਸੀ ਜਲਦ ਸੰਭਵ ਹੋ ਸਕੇਗੀ ਤੇ ਪੰਜਾਬ ਸਰਕਾਰ ਦੇ ਵੱਲੋਂ ਸਾਰਾ ਖਰਚ ਚੁੱਕਿਆ ਜਾਵੇਗਾ। ਤੇ ਇਸ ਸਮੇਂ ਮੇਰੇ ਸਹਿਯੋਗੀ ਸਾਡੇ ਨਾਲ ਜੁੜ ਰਹੇ ਨੇ ਨਾਂਦੇੜ ਸਾਹਿਬ ਤੋਂ मुजीब शेख ਤੇ पंकज कपाही भी ने। पहले मुजीब शेख का जिक्र करते हैं। मुजीब, जानना चाहेंगे आपके पास इस समय क्या कुछ इंफॉर्मेशन है? क्या ये सब जानकारी जो वहां पर श्रद्धालु फंसे हुए हैं उन तक भी पहुंच चुकी है? क्या कुछ इस समय अपडेट आपके पास? जी गौरव, कई दिनों से ये कोशिश लगातार यहाँ की सरकार, यहाँ का जिला प्रशासन और गुरुद्वारा बोर्ड की तरफ से की जा रही थी कि इन श्रद्धालुओं को इनके घर भेजा जाए, लेकिन किसी तरह केंद्र सरकार की तरफ से कुछ डिसीजन आ नहीं रहा था। लेकिन आज की खबर ऐसी आई है कि पंजाब के CM कैप्टन अमरिंदर सिंह और महाराष्ट्र के CM उद्धव ठाकरे जी में कुछ बातचीत हुई है और दोनों ने भी ये तय किया है कि इनको यहाँ से भेजना है और उसका सारा खर्चा पंजाब सरकार उठाने के लिए उन्होंने तैयारी दर्शाई है पंजाब सरकार ने। और इस मामले में इससे पहले भी मैंने बताया हूँ कि ये जो फैसला है यहाँ से इनको भेजना है, एक तो दो तरीके से इनको भेजा जा सकता है। एक तो एक विशेष रेलवे चलाई जा सकती है इनको यहाँ नांदेड़ से तो पंजाब तक भेजने के लिए, या तो फिर बाय रोड से इनको भेजा जा सकता है। लेकिन ये दोनों डिसीजन जो है वो केंद्र पर छोड़ा हुए थे कि तो केंद्र ही ये डिसीजन ले सकते थे। अगर से महाराष्ट्र सरकार ने परमिट दे भी दिया होता इनको जाने के लिए, तो आगे मध्य प्रदेश है, राजस्थान है, फिर हरियाणा है, ऐसे 3 स्टेट से गुजरते हुए इनको पंजाब पहुंचना था। इसलिए उन राज्य सरकारों की तरफ से इनको दिक्कत आ सकती थी। इसलिए जरूरी था कि केंद्र सरकार इन सभी राज्यों में समन्वय करे, इन सभी राज्यों से बातचीत करे और इनको किसी तरह से वहां तक भेजा जाए। आज की खबर ये है कि दोनों राज्यों के CM से बात हुई है और इन्होंने
केंद्रीय जो गृह मंत्री अमित शाह, इनके पास भी ये प्रस्ताव भेजा और जानकारी सूत्रों की ऐसी मिलती है कि उन्होंने ये मान्य किया है कि उनके लिए परमिट देंगे जाने के लिए और जल्द ही हो सकता है कि इनको 1 या 2 दिन में यहाँ से इनके घर को भेजा जाए। गौरव, ठीक है मुजीब, आप मेरे साथ बने रहिए। इस विचाले पंकज कपाही मेरे सहयोगी भी ਸਾਡੇ ਨਾਲ ਫੋਨ ਲਾਈਨ ਦੇ ਉੱਤੇ ਜੁੜ ਰਹੇ ਨੇ। ਪੰਕਜ, ਤੁਹਾਡੇ ਕੋਲ ਕੀ ਕੁਝ ਇਨਫੋਰਮੇਸ਼ਨ ਹੈ? ਕੈਪਟਨ ਅਮਰਿੰਦਰ ਸਿੰਘ ਦੀ ਕੀ ਕੁਝ ਗੱਲਬਾਤ ਹੋਈ ਹੈ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇ ਨਾਲ? गौरव, क्योंकि लंबे वेले तो मांग की जा रही थी कई दिनों तो, क्योंकि जो तो लॉकडाउन लगा उदों तो ये संगत जी उत्थे 10 दिन के लिए मत्था टेकन के लिए गई थी। और सिर्फ पंजाब ही नहीं, जानकारी भी मिल रही कि जो 4000 श्रद्धालु ने उन्होंने कुछ हरियाणा नाल संबंध ने, कुछ राजस्थान गवर्नमेंट के नाल भी संबंध ने, लेकिन ज्यादातर 90% तो ज्यादा जोड़े ने वो पंजाब के नाल संबंधित ने, पंजाब के ਵੱਖ-ਵੱਖ शहरों तो आते हैं। और क्योंकि ये कैप्टन अमरिंदर सिंह तो पहला बकायदा तौर पर अकाली दल वालों भी ये मांग की गई थी। सिमरत कौर बादल ने जिहड़ा महाराष्ट्र सरकार के नाल गलबात की थी, केंद्र सरकार नूं दखल देने की गल की गई थी। और क्योंकि कई सरकारां दे नाल जिस तरीके नाल सहयोगी भी दस रहे थे कि मध्य प्रदेश में आंदा है उत्थे किसी तरीके नाल रोक ना लगाई जाए। और हुण ये भी तस्वीर थोड़ी देर से साफ होएगी कि 4000 श्रद्धालु ये वाया ट्रेन आएंगे, स्पैशल ट्रेन जी केंद्र सरकार वालों चलाई जाएगी, या फिर बसां का इंतजाम जोड़ा है वो किया जाएगा, क्योंकि सोशल डिस्टेंस भी बेहद जरूरी है। इकट्ठियां एक बस दे विच ज्यादा श्रद्धालु जिहड़े ने वो नहीं आ सकते, जिहड़ा गैप बना के रखना हुंदा उस गल का भी ख्याल जिहड़ा रखा जा रहा है। और अजिहे च ये तस्वीर साफ होएगी कि ट्रेन के जरिए श्रद्धालु जिहड़े ने वापस पंजाब आएंगे और हरियाणा चो ट्रेन रुकेगी, या फिर अगों राजस्थान किस तरीके दे नाल जिहड़े श्रद्धालु जाने ने उत्थे किस तरीके दे नाल जाणगे, ये भी तस्वीर साफ थोड़ी देर हो सकती है। लेकिन होम मिनिस्ट्री वालों इसकी तस्दीक की गई है कि श्रद्धालुओं को वापस लियाण की प्रक्रिया जिहड़ी है हुण जल्द जिहड़ी है शुरू हो जाएगी। गौरव, ठीक है पंकज, ਸਾਡੇ ਨਾਲ ਬਣੇ ਰਹੋ, मैं ਤੁਹਾਡੇ ਕੋਲ ਵਾਪਸ ਆਵਾਂਗੇ। ਇਸ ਸਮੇਂ ਫੋਨ ਲਾਈਨ ਦੇ ਉੱਤੇ ਸਾਡੇ ਨਾਲ ਸਤਨਾਮ ਸਿੰਘ ਜੁੜ ਰਹੇ ਨੇ ਜੋ ਇਸ ਸਮੇਂ ਨਾਂਦੇੜ ਸਾਹਿਬ ਦੇ ਵਿੱਚ ਨੇ। ਉਹ ਸ਼ਰਧਾਲੂਆਂ ਦੇ ਵਿੱਚੋਂ ਇੱਕ ਨੇ ਜੋ ਉੱਥੇ ਗਏ ਤੇ ਲਾਕਡਾਊਨ ਦੀ ਵਜ੍ਹਾ ਨਾਲ ਉੱਥੇ ਫਸ ਗਏ। ਸਤਨਾਮ ਜੀ, ਚੰਗੀ ਖਬਰ ਇਸ ਸਮੇਂ ਤੁਹਾਡੇ ਲਈ, ਸਾਰੇ ਸ਼ਰਧਾਲੂਆਂ ਦੇ ਲਈ ਵਾਪਸੀ ਦਾ ਰਾਹ ਪੱਧਰਾ ਹੋ ਚੁੱਕਾ ਹੈ। ਤੁਹਾਡੇ ਕੋਲ ਕੋਈ ਜਾਣਕਾਰੀ ਪਹੁੰਚੀ ਹੋਵੇ ਹੁਣ ਤੱਕ? नहीं सर, अजे तक साडे कोल कोई इस तरह की जानकारी नहीं पहुंची सर। तुहाडे चैनल के थ्रू पहले पता लगा सी बीबा हरसिमरत कौर बादल वालों भी सेंटर गवर्नमेंट को परमिशन मिल चुकी है जी, पर उस तो बाद सारा अजे तक कोई मैसेज नहीं आया। जे इधर दी सरकार नाल गल कीती गई थी, वो कहंदे साडे कोल कोई मैसेज कलेक्टर साहब कहंदे भी नहीं पहुंचया। ठीक है, चलो ਅਸੀਂ ਤੁਹਾਨੂੰ ਖਬਰ ਦੇ ਦਈਏ ਕਿ ਕੇਂਦਰ ਦੇ ਵੱਲੋਂ ਮਨਜ਼ੂਰੀ ਮਿਲ ਚੁੱਕੀ ਹੈ। ਮਹਾਰਾਸ਼ਟਰ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਗੱਲਬਾਤ ਕਰ ਲਈ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਨੇ ਚੀਫ ਸਕੱਤਰ ਨੂੰ ਹੁਕਮ ਦੇ ਦਿੱਤੇ ਨੇ ਕਿ ਜੋ ਵੀ ਸ਼ਰਧਾਲੂ ਉੱਥੇ ਫਸੇ ਹੋਏ ਨੇ ਉਹਨਾਂ ਨੂੰ ਵਾਪਸ ਲਿਆਂਦਾ ਜਾਵੇ ਤੇ ਤੁਹਾਡੀ ਵਾਪਸੀ ਦਾ ਪੂਰਾ ਖਰਚਾ ਵੀ ਪੰਜਾਬ ਸਰਕਾਰ ਚੁੱਕੇਗੀ। ਸਤਨਾਮ ਜੀ, ਮੈਂ ਇੱਕ ਹੋਰ ਚੀਜ਼ ਜਾਣਨੀ ਚਾਹੁੰਦਾ, ਕਿੰਨੇ ਤੁਸੀਂ ਇਸ ਸਮੇਂ ਉੱਥੇ ਸ਼ਰਧਾਲੂ ਹੋ? ਸਾਰੇ ਪੰਜਾਬ ਦੇ ਹੋ ਜਾਂ ਹੋਰ ਵੱਖ-ਵੱਖ ਸੂਬਿਆਂ ਦੇ ਵੀ ਹੋ? नहीं सर, इत्थे 3500 तो 4000 ਦੇ ਲਾਗੇ ਬੰਨੇ ਹੋਏਗਾ ਸਰ, ਤੇ ਜਿਹਦੇ ਵਿੱਚ ਜ਼ਿਆਦਾ ਪੰਜਾਬ ਤੋਂ ਸੰਬੰਧਿਤ ਨੇ ਸਰ ਜੀ, ਤੇ ਹਰਿਆਣਾ ਔਰ ਰਾਜਸਥਾਨ ਦੇ ਦੂਸਰੇ ਸਟੇਟਾਂ ਦੇ ਨੇ, ਲੇਕਿਨ 90% ਜਿਹੜੇ ਨੇ ਉਹ ਪੰਜਾਬ ਨਾਲ ਸੰਬੰਧਿਤ ਨੇ ਸਰ। ਤੁਸੀਂ ਪੰਜਾਬ 'ਚ ਕਿੱਥੋਂ? ਅਸੀਂ ਸਰ ਡਿਸਟ੍ਰਿਕਟ ਤਰਨਤਾਰਨ ਤੋਂ ਸਰ, ਪਿੰਡ ਜੀ। ਭੈਲ ਨਜ਼ਦੀਕ ਗੋਇੰਦਵਾਲ ਸਾਹਿਬ ਸਰ। ਠੀਕ ਹੈ, ਤੇ ਤੁਹਾਡੀ ਅਜੇ ਤੱਕ ਕੋਈ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਹੋਵੇ ਪਿਛਲੇ 1 ਘੰਟੇ ਦੇ ਵਿੱਚ? ਉਹਨਾਂ ਦੇ ਵੱਲੋਂ ਕੋਈ ਜਾਣਕਾਰੀ ਇਨਫੋਰਮੇਸ਼ਨ ਅਜੇ ਤੱਕ ਨਹੀਂ ਦਿੱਤੀ ਗਈ? ਨਹੀਂ ਸਰ, ਪ੍ਰਸ਼ਾਸਨ ਨਾਲ ਤੇ ਸਾਡੀ ਕੋਈ ਨਹੀਂ। ਐਸੀ ਗੁਰਦੁਆਰਾ ਸਾਹਿਬ ਜਿੱਥੇ ਗੁਰਦੁਆਰਾ ਲੰਗਰ ਸਾਹਿਬ ਉੱਥੇ ਠਹਿਰੇ ਹੋਏ ਆ, ਉਹਨਾਂ ਦੇ ਪ੍ਰਬੰਧਕ ਨਾਲ ਗੱਲ ਹੁੰਦੀ ਹੈ ਜੀ। ਉਹਨਾਂ ਨੂੰ ਪੁੱਛਦੇ ਰਹੇ, ਉਹ ਕਹਿੰਦੇ ਕਲੈਕਟਰ ਸਾਹਿਬ ਦੇ ਗੱਲ ਹੋਈ। ਕਲੈਕਟਰ ਸਾਹਿਬ ਕਹਿੰਦਾ ਮੇਰੇ ਕੋਲ ਰਿਟਨ ਦੇ ਵਿੱਚ ਕੋਈ ਅਜੇ ਤੱਕ ਮੈਸੇਜ ਨਹੀਂ ਆ ਜਿਹਦੇ ਨਾਲ ਮੈਂ ਤੁਹਾਨੂੰ ਪਰਮਿਸ਼ਨ ਦੇ ਕੇ ਤੋਰ ਸਕਾਂ ਜੀ। ਜੀ, ਤੇ ਮੈਂ ਇੱਕ ਹੋਰ ਚੀਜ਼ ਜਾਣਨੀ ਚਾਹੁੰਦਾ ਕਿ ਤੁਸੀਂ ਉੱਥੇ ਕਿਵੇਂ ਗੁਰਦੁਆਰਾ ਸਾਹਿਬ ਦੇ ਸਰਾਏ ਉੱਥੇ ਹੀ ਰਹਿ ਰਹੇ ਹੋ ਜਾਂ ਵੱਖ-ਵੱਖ ਹੋਰ ਹੋਟਲਸ ਨੇ? ਕਿਸ ਤਰੀਕੇ ਨਾਲ ਉੱਥੇ ਤੁਸੀਂ ਰਹਿ ਰਹੇ ਹੋ ਨਾਂਦੇੜ ਸਾਹਿਬ ਦੇ ਵਿੱਚ? ਨਹੀਂ ਸਰ, ਗੁਰਦੁਆਰਾ ਬਾਬਾ ਨਰਿੰਦਰ ਸਿੰਘ ਜੀ, ਬਾਬਾ ਬਲਵਿੰਦਰ ਸਿੰਘ ਜੀ, ਇਹਨਾਂ ਵੱਲੋਂ ਫ੍ਰੀ ਸਾਨੂੰ ਸਰਾਂ ਮਿਲੀ ਹੈ ਜੀ। ਕੋਈ ਉਹਦਾ ਰੈਂਟ ਕਰਾਇਆ ਨਹੀਂ ਹੈ ਜੀ, ਲੰਗਰ ਫ੍ਰੀ ਹੈ ਜੀ, ਮਿਲ ਰਿਹਾ ਜੀ, ਕੋਈ ਰਹਿਣ ਦੀ ਕੋਈ ਦਿੱਕਤ ਨਹੀਂ ਸਰ। ਸਾਨੂੰ ਇਹੀ ਪ੍ਰੋਬਲਮ ਆ ਵੀ ਸਾਡੀ ਕਣਕ ਦੀ ਫਸਲ ਜਿਹੜੀ ਪੰਜਾਬ ਦੇ ਵਿੱਚ ਪੱਕ ਚੁੱਕੀ ਹੈ, ਉਹਨੂੰ ਸੰਭਾਲਣ ਵਾਲਾ ਕੋਈ ਨਹੀਂ ਹੈ ਪਿੱਛੇ ਸਾਡਾ। ਅਸੀਂ ਸਾਰਾ ਪੂਰਾ ਪਰਿਵਾਰ ਸਰ ਆਏ ਹੋਏ ਜੀ। ਚਲੋ ਸ਼ੁਕਰੀਆ ਸਤਨਾਮ ਜੀ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਉਮੀਦ ਕਰਾਂਗੇ ਕਿ ਜਲਦ ਤੁਸੀਂ ਵਾਪਸੀ ਕਰੋ ਤੇ ਜੋ ਇਸ ਸਮੇਂ ਹਾਲਾਤ ਲੱਗ ਰਹੇ ਨੇ, ਲੱਗ ਰਿਹਾ ਕਿ ਇਸ ਐਤਵਾਰ ਸ਼ਾਇਦ ਤੁਸੀਂ ਆਪਣੇ ਪਰਿਵਾਰ ਦੇ ਨਾਲ ਤਰਨਤਾਰਨ ਦੇ ਵਿੱਚ ਹੋਵੋਗੇ ਤੇ ਸਾਰੇ ਸ਼ਰਧਾਲੂ ਆਪਣੇ ਘਰ ਪਹੁੰਚਣਗੇ ਜਿਸ ਤਰੀਕੇ ਨਾਲ ਪੰਜਾਬ ਸਰਕਾਰ ਦੇ ਵੱਲੋਂ ਫੈਸਲਾ ਲਿਆ ਗਿਆ ਹੈ। ਤੇ ਇਹ ਵੀ ਕਿਹਾ ਗਿਆ ਕਿ ਫੌਰੀ ਤੌਰ ਤੇ ਵਾਪਸੀ ਦੇ ਇੰਤਜ਼ਾਮ ਕੀਤੇ ਜਾਣ। ਹੁਣ ਟ੍ਰੇਨ ਚਲਾਈ ਜਾਂਦੀ ਹੈ ਜਾਂ ਬੱਸਾਂ ਦੇ ਜ਼ਰੀਏ ਹੁੰਦਾ ਹੈ, ਇਸ ਦੇ ਉੱਤੇ ਲਾਜ਼ਮੀ ਤੌਰ ਤੇ ਨਜ਼ਰ ਰਹੇਗੀ। ਪੰਕਜ ਤੋਂ ਇੱਕ ਵਾਰੀ ਫੇਰ ਪੁੱਛ ਲੈਣੇ, ਪੰਕਜ ਇਹ ਸਾਫ਼ ਹੋ ਸਕਿਆ ਕਿ ਕਦੋਂ ਤੱਕ ਇਹ ਵਾਪਸੀ ਹੋ ਸਕਦੀ ਹੈ? ਕੋਈ ਹੁਕਮ ਦਿੱਤੇ ਹੋਣ ਕਿ ਇੰਨੇ ਦਿਨਾਂ ਦੇ ਵਿੱਚ ਵਾਪਸੀ ਤੈਅ ਕੀਤੀ ਜਾਵੇ, ਕਿਤੇ ਨਾ ਹੋਵੇ ਕਿ ਹੋਰ 10 ਦਿਨ ਇਸ ਤਰੀਕੇ ਨਾਲ ਹੀ ਲਟਕ ਜਾਣ ਸਰਕਾਰੀ ਹੁਕਮਾਂ ਤੋਂ ਬਾਅਦ ਵੀ? गौरव, क्योंकि इस वेले सब तो वड्डा सवाल है कि 4000 श्रद्धालुओं के लिए
ਅਗਰ ਬੱਸਾਂ ਦਾ ਇੰਤਜ਼ਾਮ ਕੀਤਾ ਜਾਏਗਾ ਤਾਂ ਕਿੰਨੀਆਂ ਬੱਸਾਂ ਜਿਹੜੀਆਂ ਉਹ ਚਲਾਈਆਂ ਜਾਣਗੀਆਂ। ਔਰ 4000 ਸ਼ਰਧਾਲੂਆਂ ਦੇ ਲਈ ਬੱਸਾਂ ਤੇ ਚਲਾਉਣਾ ਬੇहद ਮੁਸ਼ਕਲ ਜਿਹੜਾ ਉਹ ਲੱਗ ਰਿਹਾ। ਔਰ ਅਜਿਹੇ 'ਚ ਅਗਰ ਰੇਲਵੇ ਦੇ ਜ਼ਰੀਏ ਵਾਪਸ ਆਉਂਦੇ ਨੇ ਤਾਂ ਉਸ ਦੇ ਵਿੱਚ ਰੇਲਵੇ ਤੋਂ ਮਨਜ਼ੂਰੀ ਲੈਣ 'ਚ ਕਿੰਨਾ ਸਮਾਂ ਲੱਗੇਗਾ, ਕਿਉਂਕਿ ਟ੍ਰੇਨਾਂ ਜਿਹੜੀਆਂ ਨੇ ਉਹ ਬੰਦ ਨੇ ਔਰ ਸਪੈਸ਼ਲ ਟ੍ਰੇਨ ਜਿਹੜੀ ਹੈ ਉਹ ਚਲਾਉਣੀ ਪਏਗੀ। ਤਾਂ ਕਿਉਂਕਿ ਹੋਮ ਮਿਨਿਸਟਰੀ ਵੱਲੋਂ ਇਸ ਦੀ ਤਸਦੀਕ ਕੀਤੀ ਗਈ ਹੈ, ਮਨਜ਼ੂਰੀ ਦੇ ਦਿੱਤੀ ਗਈ ਹੈ ਕਿ ਅਸੀਂ ਜਿਹੜਾ ਮਨਜ਼ੂਰੀ ਦੇ ਰਹੇ ਹਾਂ ਕਿ ਜਿਹੜੀ ਉੱਥੇ ਸੰਗਤ ਫਸੀ ਉਹਨਾਂ ਨੂੰ ਵਾਪਸ ਪੰਜਾਬ ਲਿਆ ਦਿੱਤਾ ਜਾਵੇ। ਤਾਂ ਇਸ ਮੁਤਲਕ ਵੀ ਜਿਹੜੀ ਉਹ ਗੱਲਬਾਤ ਕੀਤੀ ਜਾ ਰਹੀ ਹੈ। ਔਰ ਕਿਉਂਕਿ ਇੱਕ ਪ੍ਰਕਿਰਿਆ ਹੁੰਦੀ ਹੈ, ਪ੍ਰਕਿਰਿਆ ਸ਼ੁਰੂ ਹੋਣ 'ਚ ਸਮਾਂ ਜ਼ਰੂਰ ਲੱਗਦਾ ਵਾ, ਲੇਕਿਨ ਹੁਣ ਕਿਉਂਕਿ ਮਨਜ਼ੂਰੀਆਂ ਮਿਲ ਚੁੱਕੀਆਂ ਨੇ ਤਾਂ ਅਜਿਹੇ 'ਚ ਅੱਜ ਸ਼ਾਮ ਤੱਕ ਜਾਂ ਕੱਲ ਤੱਕ ਤਸਵੀਰ ਜਿਹੜੀ ਉਹ ਸਾਫ਼ ਹੋ ਜਾਏਗੀ ਕਿ ਸੰਗਤ ਕਦੋਂ ਤੱਕ ਜਿਹੜੀ ਉੱਥੋਂ ਕੱਲ ਚੱਲੇਗੀ ਜਾਂ ਅੱਜ ਸ਼ਾਮ ਤੱਕ ਚੱਲੇਗੀ। ਇਹ ਥੋੜੀ ਦੇਰ ਤੱਕ ਤਸਵੀਰ ਜਿਹੜੀ ਹੈ ਸਾਫ਼ ਹੁੰਦੀ ਹੋਈ ਨਜ਼ਰ ਆਏਗੀ। ਲੇਕਿਨ ਜੀ ਪੰਕਜ ਤੁਸੀਂ ਨਜ਼ਰ ਬਣਾ ਕੇ ਰੱਖੋ। ਜੀ ਤੁਹਾਡਾ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਮੁਜੀਬ ਸਾਡੇ ਨਾਲ जुड़े हुए थे। मुजीब आपका भी धन्यवाद, आप नजर बना के रखिए जैसी अपडेट पहुंचती है इन श्रद्धालुओं तक और जो डिस्ट्रिक्ट एडमिनिस्ट्रेशन है उन तक, तो आप हमारे तक पहुंचाइए, हम अपने दर्शकों तक पहुंचाएंगे। इस समय वड्डी खबर अपने दर्शकों ਨੂੰ ਦੱਸ ਰਹੇ ਹਾਂ, ਸ਼ਰਧਾਲੂਆਂ ਦੀ ਵਾਪਸੀ ਦਾ ਰਾਹ ਪੱਧਰਾ ਹੋ ਚੁੱਕਿਆ ਹੈ, ਜਲਦ ਉਹਨਾਂ ਦੀ ਵਾਪਸੀ ਹੋਵੇਗੀ। ਤੇ ਸਤਨਾਮ ਸਿੰਘ ਜੋ ਸਾਡੇ ਨਾਲ ਸ਼ਰਧਾਲੂ ਵੀ ਜੁੜੇ ਸੀ ਉਹ ਕਹਿ ਰਹੇ ਨੇ ਕਿ ਕਰੀਬ 90% ਉੱਥੇ ਜਿਹੜੇ ਸ਼ਰਧਾਲੂ ਹੈਗੇ ਨੇ ਉਹ ਪੰਜਾਬ ਦੇ ਨਾਲ ਸੰਬੰਧਿਤ ਨੇ, ਬਾਕੀ ਹਰਿਆਣਾ ਤੋਂ ਵੀ ਨੇ ਤੇ ਹੋਰ ਕੁਝ ਸੂਬਿਆਂ ਤੋਂ ਵੀ ਨੇ। ਤੇ ਉਮੀਦ ਇਹੀ ਕੀਤੀ ਜਾ ਰਹੀ ਹੈ ਬੁੱਧਵਾਰ ਦਾ ਦਿਨ ਹੈ ਕਿ ਐਤਵਾਰ ਤੱਕ ਉਹ ਆਪਣੇ ਘਰਾਂ ਦੇ ਵਿੱਚ ਹੋਣਗੇ। ਅਗਲੇ 2-3 ਦਿਨਾਂ ਦੇ ਵਿੱਚ ਉਹਨਾਂ ਦੀ ਵਾਪਸੀ ਮੁਮਕਿਨ ਹੋ ਜਾਏਗੀ। ਤਾਂ ਹਜ਼ੂਰ ਸਾਹਿਬ ਤੋਂ ਜਲਦ ਵਾਪਸੀ ਦੀ ਉਮੀਦ ਕੀਤੀ ਜਾ ਰਹੀ ਹੈ ਕਿ ਸ਼ਰਧਾਲੂ ਜਲਦ ਆਪਣੇ ਪਰਿਵਾਰਾਂ ਦੇ ਨਾਲ ਹੋਣਗੇ। ਪਰ ਦੂਜੇ ਪਾਸੇ ਜੰਮੂ ਕਸ਼ਮੀਰ ਜਿਹੜੇ ਕਸ਼ਮੀਰੀ ਨੇ ਉਹ ਨਹੀਂ ਪਹੁੰਚ ਸਕੇ। ਇਸ ਦੀ ਵਜ੍ਹਾ ਹੈ ਕਿ ਵਾਪਸ ਭੇਜ ਦਿੱਤਾ ਗਿਆ ਜੰਮੂ ਕਸ਼ਮੀਰ ਬਾਰਡਰ ਤੋਂ ਹੀ। ਜੀ ਹਾਂ, ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਐਂਟਰੀ ਹੀ ਨਹੀਂ ਹੋਣ ਦਿੱਤੀ। ਪ੍ਰਸ਼ਾਸਨ ਦੇ ਵੱਲੋਂ ਬੱਸਾਂ ਵਾਪਸ ਭੇਜੇ ਜਾਣ ਦੀ ਖਬਰ ਸਾਹਮਣੇ ਆਈ। ਤੁਹਾਨੂੰ ਦੱਸ ਦਈਏ ਕਿ ਬਠਿੰਡਾ ਤੋਂ ਕਰੀਬ 100 ਜਿਹੜੇ ਲੋਕ ਨੇ ਜੰਮੂ ਕਸ਼ਮੀਰ ਦੇ ਰਹਿਣ ਵਾਲੇ, ਉਹਨਾਂ ਨੂੰ ਰਵਾਨਾ ਕੀਤਾ ਗਿਆ ਸੀ ਤੇ ਬਠਿੰਡਾ ਤੋਂ ਬੱਸਾਂ ਦੇ ਜ਼ਰੀਏ ਨਿਕਲੇ ਸਨ ਲੋਕ। ਬਠਿੰਡਾ ਦੇ ਵਿੱਚ ਫਸੇ ਹੋਏ ਸਨ ਕਸ਼ਮੀਰੀ ਮੂਲ ਦੇ ਲੋਕ ਤੇ ਉਸ ਤੋਂ ਬਾਅਦ ਇੰਤਜ਼ਾਮ ਪ੍ਰਸ਼ਾਸਨ ਦੇ ਵੱਲੋਂ ਕੀਤਾ ਗਿਆ ਕਿ ਇਹ ਲੋਕ ਆਪਣੇ ਘਰ ਪਹੁੰਚ ਸਕਣ। ਪਰ ਦੂਜੇ ਪਾਸੇ ਜੰਮੂ ਕਸ਼ਮੀਰ ਦੇ ਵਿੱਚ ਇਹਨਾਂ ਦੀ ਐਂਟਰੀ ਹੀ ਨਹੀਂ ਹੋਣ ਦਿੱਤੀ ਗਈ ਤੇ ਵੀ ਇਸ ਸਮੇਂ ਜਾਣਕਾਰੀ ਹੈ ਕਿ ਉਹਨਾਂ ਨੂੰ ਵਾਪਸ ਉੱਥੋਂ ਭੇਜਿਆ ਗਿਆ ਹੈ। ਇਸ ਤੋਂ ਪਹਿਲਾਂ ਪਠਾਨਕੋਟ 'ਚ ਵੀ ਅਸੀਂ ਦੇਖਿਆ ਸੀ ਕਿ ਪਠਾਨਕੋਟ 'ਚ ਐਂਟਰੀ ਨਹੀਂ ਹੋਣ ਦਿੱਤੀ ਸੀ ਜੰਮੂ ਕਸ਼ਮੀਰ ਦੇ ਵੱਲੋਂ ਤੇ ਉਸ ਤੋਂ ਬਾਅਦ ਕਰੀਬ 15 ਤੋਂ 20 ਦਿਨਾਂ ਤੱਕ ਕੁਆਰੰਟਾਈਨ ਰੱਖਿਆ ਗਿਆ ਉਹਨਾਂ ਨੂੰ ਪਠਾਨਕੋਟ ਪ੍ਰਸ਼ਾਸਨ ਦੇ ਵੱਲੋਂ। ਤੋਂ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਐਂਟਰੀ ਹੈ ਉਹ ਜੰਮੂ ਕਸ਼ਮੀਰ 'ਚ ਹੋਈ ਸੀ। ਪਰ ਫਿਲਹਾਲ ਇਹ ਜਿਹੜੇ ਬਠਿੰਡਾ ਦੇ ਵਿੱਚ 100 ਦੇ ਕਰੀਬ ਕਸ਼ਮੀਰੀ ਮੂਲ ਦੇ ਲੋਕ ਫਸੇ ਹੋਏ ਸੀ, ਉਹਨਾਂ ਦੀ ਵਾਪਸੀ ਅਜੇ ਤਾਂ ਮੁਮਕਿਨ ਨਹੀਂ ਹੋ ਸਕੀ ਹੈ। ਰੁਕ ਕਰਦੇ ਮੇਰੇ ਸਹਿਯੋਗੀ ਸਾਡੇ ਨਾਲ ਜੁੜ ਰਹੇ ਨੇ ਸੂਰਜਪਾਨ ਬਠਿੰਡਾ ਤੋਂ। ਸੂਰਜ, ਕੀ ਕੁਝ ਤੁਹਾਡੇ ਕੋਲ ਜਾਣਕਾਰੀ ਹੈ? ਇਸ ਸਮੇਂ ਵਾਪਸ ਬਠਿੰਡਾ ਦੇ ਲਈ ਰਵਾਨਾ ਹੋ ਚੁੱਕੇ ਨੇ ਜਿਨ੍ਹਾਂ ਨੂੰ ਬੱਸਾਂ ਦੇ ਜ਼ਰੀਏ ਭੇਜਿਆ ਗਿਆ ਸੀ ਜੰਮੂ ਕਸ਼ਮੀਰ ਦੇ ਲਈ। ਦੇਖੋ 4 ਬੱਸਾਂ ਜਿਹੜੀਆਂ ਸਵੇਰ ਰਵਾਨਾ ਕੀਤੀਆਂ ਗਈਆਂ, ਜਿਸ ਦੇ ਵਿੱਚ 100 ਦੇ ਕਰੀਬ ਜਿਹੜੇ ਕਸ਼ਮੀਰੀ ਮੂਲ ਦੇ ਜਿਹੜੇ ਲੋਕ ਸੀਗੇ, ਜਿਨ੍ਹਾਂ ਨੂੰ ਹਾਲਾਂਕਿ ਬਾਰਡਰ ਦੇ ਉੱਪਰ ਪਹੁੰਚਣ ਨਹੀਂ ਦਿੱਤਾ ਗਿਆ ਤੇ ਰਸਤੇ ਦੇ ਵਿੱਚ ਅੰਮ੍ਰਿਤਸਰ ਦੇ ਕੋਲੇ ਆ ਕੇ ਉਹਨਾਂ ਨੂੰ ਇੰਟੀਮੇਸ਼ਨ ਆ ਗਈ ਕਿ ਅੱਗੇ ਹੈ ਜਿਹੜਾ ਰਸਤਾ ਬਲੌਕ ਹੈ, ਅੱਗੇ ਉਹਨਾਂ ਦੀ ਐਂਟਰੀ ਨਹੀਂ ਹੋਊਗੀ। ਤਾਂ ਕਰਕੇ ਡੀਸੀ ਨੇ ਵੀ ਜਿਹੜੇ ਆਦੇਸ਼ ਜਾਰੀ ਕੀਤੇ ਕਿ ਜਿਸ ਜਗ੍ਹਾ ਤੋਂ ਬੱਸਾਂ ਰਵਾਨਾ ਹੋਈਆਂ ਸੀ ਉਸੇ ਜਗ੍ਹਾ ਤੇ ਬੱਸਾਂ ਨੂੰ ਵਾਪਸ ਲਿਆਂਦਾ ਜਾਵੇ ਤੇ ਜਿਸ ਜਗ੍ਹਾ ਤੇ ਇਹ ਲੋਕ ਸੀਗੇ ਪਹਿਲਾਂ ਰਹਿ ਰਹੇ ਸੀ ਬਠਿੰਡਾ ਦੇ ਵਿੱਚ ਵੀ, ਉਸੇ ਜਗ੍ਹਾ ਦੇ ਵਿੱਚ ਇਹਨੂੰ ਦੁਬਾਰੇ ਤੋਂ ਭੇਜਿਆ ਜਾਵੇ। ਫਿਲਹਾਲ ਹੁਣ ਤੋਂ ਕੁਝ ਮਿੰਟਾਂ ਦੇ ਬਾਅਦ ਬਠਿੰਡਾ ਦੇ ਵਿੱਚ ਉਹ ਬੱਸਾਂ ਨੇ ਵਾਪਸ ਐਂਟਰ ਹੋ ਜਾਣੀਆਂ ਤੇ ਉਸ ਤੋਂ ਬਾਅਦ ਅਗਲੀ ਰਣਨੀਤੀ ਕਿਸ ਤਰ੍ਹਾਂ ਪ੍ਰਸ਼ਾਸਨ ਦੀ ਬਣਦੀ ਹੈ, ਮਾਹੌਲ ਠੀਕ ਹੋਣ ਤੇ ਦੁਬਾਰਾ ਇਹਨੂੰ ਘਰੋਂ ਘਰੀ ਭੇਜਿਆ ਜਾਊਗਾ। ਸ਼ੁਕਰੀਆ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਤਾਂ ਅਜੇ ਤੱਕ ਇਹ ਇਨਫੋਰਮੇਸ਼ਨ ਹੈ ਕਿ ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਐਂਟਰੀ ਨਹੀਂ ਹੋਣ ਦਿੱਤੀ। ਕਿਤੇ ਨਾ ਕਿਤੇ ਜ਼ਰੂਰ ਜਿਹੜੇ ਲੋਕਾਂ ਨੂੰ ਭੇਜਿਆ ਗਿਆ ਉਹਨਾਂ ਦੇ ਲਈ ਵੀ ਇਹ ਮੁਸ਼ਕਿਲ ਦੀ ਘੜੀ ਜ਼ਰੂਰ ਹੈ, ਕਿਉਂਕਿ ਪ੍ਰਸ਼ਾਸਨ ਜਿਹੜੇ ਹੈਗੇ ਨੇ ਸੂਬਿਆਂ ਦੇ ਉਹ ਇਹ ਵੀ ਧਿਆਨ ਰੱਖ ਰਹੇ ਨੇ ਕਿ ਕਿਤੇ ਕਰੋਨਾ ਦੀ ਵਜ੍ਹਾ ਨਾਲ ਦਿੱਕਤ ਨਾ ਹੋਵੇ। ਇਹ ਲੋਕ ਜਿਹੜੇ ਆ ਰਹੇ ਨੇ ਇਹਨਾਂ ਦੇ ਵਿੱਚ ਕੋਈ ਸਿੰਪਟਮਸ ਨਾ ਹੋਣ, ਹਾਲਾਂਕਿ ਉਹਨਾਂ ਨੂੰ ਕੁਆਰੰਟਾਈਨ ਕੀਤਾ ਜਾ ਸਕਦਾ ਸੀ। ਜੰਮੂ ਕਸ਼ਮੀਰ ਪ੍ਰਸ਼ਾਸਨ ਆਪਣੇ ਪੱਧਰ ਤੇ ਸੂਬੇ ਦੇ ਲੋਕਾਂ ਦੇ ਲਈ ਕਦਮ ਚੁੱਕ ਸਕਦਾ ਹੈ। ਅਗਲੀ ਖਬਰ ਦਾ ਰੁਖ ਕਰਦੇ ਹਾਂ ਪੱਛਮੀ ਬੰਗਾਲ ਤੋਂ। ਅਗਲੀ ਖਬਰ ਹੈ ਪੁਲਿਸ ਤੇ ਲੋਕਾਂ ਦੇ ਵਿਚਾਲੇ ਜੰਮ ਕੇ ਝੜਪ ਹੋਈ ਹੈ। ਤਸਵੀਰਾਂ ਆਈਆਂ ਨੇ ਪੱਛਮੀ ਬੰਗਾਲ ਤੋਂ, ਉਹ ਤੁਹਾਨੂੰ ਦਿਖਾਵਾਂਗੇ। ਲੋਕ ਰਸਤਾ ਰੋਕ ਕੇ ਕਰ ਰਹੇ ਸਨ ਪ੍ਰਦਰਸ਼ਨ ਤੇ ਸਥਾਨਕ ਲੋਕਾਂ ਦਾ ਰਾਸ਼ਨ ਦੀ ਸਹੀ ਵੰਡ ਨਾ ਹੋਣ ਦਾ ਇਲਜ਼ਾਮ ਵੀ ਹੈ। ਰਸਤਾ ਖੁਲਵਾਉਣ ਗਈ ਪੁਲਿਸ ਦੇ ਨਾਲ ਲੋਕੀ ਭਿੜ ਗਏ ਤੇ ਪੁਲਿਸ ਨੇ ਮਹਿਲਾਵਾਂ ਤੇ ਵੀ ਲਾਠੀਆਂ ਵਰਾਈਆਂ। ਇਹ ਵੀ ਇਲਜ਼ਾਮ ਨੇ ਪੱਛਮੀ ਬੰਗਾਲ ਦੀ ਪੁਲਿਸ ਦੇ ਉੱਤੇ। ਪਰਗਨਾ ਦੇ ਬਦੂਰੀਆ, ਪੱਛਮੀ ਬੰਗਾਲ ਦੇ ਪਰਗਨਾ ਦੇ ਬਦੂਰੀਆ ਦੀ ਇਹ ਪੂਰੀ ਘਟਨਾ ਹੈ। ਤਸਵੀਰਾਂ ਤੁਹਾਡੀ ਟੀਵੀ ਸਕਰੀਨ ਤੇ ਸਭ ਕੁਝ ਬਿਆਨ ਕਰ ਰਹੀਆਂ ਨੇ। ਰਸਤਾ ਖੁਲਵਾਉਣ ਗਈ ਸੀ ਪੁਲਿਸ, ਲੋਕਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਇਲਜ਼ਾਮ ਲਗਾਏ ਜਾ ਰਹੇ ਸੀ ਕਿ ਕਾਣੀ ਵੰਡ ਹੋ ਰਹੀ ਹੈ ਰਾਸ਼ਨ ਦੀ, ਸਹੀ ਤਰੀਕੇ ਨਾਲ ਰਾਸ਼ਨ ਜਿਸ ਤਰੀਕੇ ਨਾਲ ਹਰ ਕਿਸੇ ਤੱਕ ਪਹੁੰਚਣਾ ਚਾਹੀਦਾ ਉਹ ਨਹੀਂ ਪਹੁੰਚ ਰਿਹਾ। ਤੇ ਉਸ ਤੋਂ ਬਾਅਦ ਲੋਕਾਂ ਦੇ ਵੱਲੋਂ ਉੱਥੇ ਪ੍ਰਦਰਸ਼ਨ ਕੀਤਾ ਗਿਆ, ਪੁਲਿਸ ਉੱਥੇ ਪਹੁੰਚ ਜਾਂਦੀ ਹੈ। ਪਰਗਨਾ ਬਦੂਰੀਆ ਦੀ ਪੁਲਿਸ ਕਿ ਇਸ ਜਾਮ ਨੂੰ ਖੁਲਵਾ ਦਿੱਤਾ ਜਾਵੇ। ਪਰ ਦੇਖੋ ਲਾਕਡਾਊਨ ਦਾ ਮਾਹੌਲ ਪੂਰੇ ਦੇਸ਼ ਦੇ ਵਿੱਚ ਹੈ, ਪੱਛਮੀ ਬੰਗਾਲ 'ਚ ਵੀ ਲਾਜ਼ਮੀ ਤੌਰ ਤੇ ਹੈ।
ਤੇ ਇਸ ਵਿਚਾਲੇ ਇਹ ਤਸਵੀਰਾਂ ਵੀ ਦੇਖਣ ਨੂੰ ਮਿਲੀਆਂ। ਲੋਕ ਅਤੇ ਪੁਲਿਸ ਉੱਥੇ ਆਪਸ ਦੇ ਵਿੱਚ ਭਿੜ ਗਏ ਤੇ ਰਾਸ਼ਨ ਦੀ ਸਮੱਸਿਆ ਇਸ ਸਮੇਂ ਇੱਕ ਜ਼ਰੂਰ ਹਰ ਪਾਸੇ ਨਜ਼ਰ ਆਉਂਦੀ ਹੈ। ਵੱਖ-ਵੱਖ ਥਾਵਾਂ ਤੋਂ ਅਸੀਂ ਵੀ ਤਸਵੀਰਾਂ ਦੇਖੀਆਂ ਨੇ, ਪੰਜਾਬ ਤੋਂ ਵੀ ਅਸੀਂ ਤਸਵੀਰਾਂ ਦੇਖੀਆਂ ਨੇ, ਚਾਹੇ ਉਹ ਪਠਾਨਕੋਟ ਤੋਂ ਆਈਆਂ ਹੋਣ ਜਾਂ ਸੂਬੇ 'ਚ ਹੋਰ ਥਾਵਾਂ ਤੋਂ, ਕਿ ਰਾਸ਼ਨ ਲੈਣ ਦੇ ਲਈ ਲੋਕ ਇਸ ਤਰੀਕੇ ਨਾਲ ਭੀੜ ਦੇ ਵਿੱਚ ਬਾਹਰ ਆ ਜਾਂਦੇ ਨੇ। ਪਰ ਬਹੁਤ ਬੁਰੀ ਤਰੀਕੇ ਨਾਲ ਲਾਠੀਆਂ ਵਰਾਈਆਂ ਗਈਆਂ ਨੇ ਤੇ ਮਹਿਲਾਵਾਂ ਨੂੰ ਵੀ ਨਹੀਂ ਬਖਸ਼ਿਆ ਗਿਆ ਪੁਲਿਸ ਮੁਲਾਜ਼ਮਾਂ ਦੇ ਵੱਲੋਂ। ਇਹ ਤਸਵੀਰਾਂ ਸਭ ਕੁਝ ਬਿਆਨ ਕਰ ਰਹੀਆਂ ਨੇ। ਇਸ ਵਿਚਾਲੇ ਲੋਕਾਂ ਦਾ ਗੁੱਸਾ ਵੀ ਫੁੱਟਦਾ ਹੈ ਤੇ ਕੁਝ ਇੱਟਾਂ ਪੱਥਰ ਵੀ ਬਰਸਾਏ ਜਾਂਦੇ ਨੇ। ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪੱਛਮੀ ਬੰਗਾਲ ਦੀਆਂ। ਤਸਵੀਰਾਂ ਦਿਖਾਉਣੀਆਂ ਇਸ ਕਰਕੇ ਵੀ ਲਾਜ਼ਮੀ ਨੇ ਕਿ ਪ੍ਰਸ਼ਾਸਨ ਕਿੱਥੋਂ ਦਾ ਵੀ ਹੋਵੇ, ਜਿਹੜੀ ਪੁਲਿਸ ਹੈ ਕਿਸੇ ਵੀ ਸਟੇਟ ਦੀ ਹੋਵੇ, ਤੇ ਉਹਨਾਂ ਨੂੰ ਕਿਸ ਤਰੀਕੇ ਨਾਲ ਹੈਂਡਲ ਕਰਨਾ ਚਾਹੀਦਾ ਉਹ ਜ਼ਰੂਰ ਇੱਥੇ ਸਮਝਣ ਦੀ ਜ਼ਰੂਰਤ ਸੀ। ਸਥਿਤੀ ਅਜਿਹੀ ਕਿਸੇ ਵੀ ਸਟੇਟ ਦੀ ਪੁਲਿਸ ਦੇ ਸਾਹਮਣੇ ਆ ਸਕਦੀ ਹੈ ਜਦੋਂ ਲੋਕ ਕਹਿਣ ਕਿ ਸਾਨੂੰ ਰਾਸ਼ਨ ਨਹੀਂ ਮਿਲ ਰਿਹਾ। ਕਰੀਬ 1 ਮਹੀਨਾ ਹੋ ਚੱਲਿਆ, ਲੋਕ ਆਪਣੇ ਘਰਾਂ ਦੇ ਵਿੱਚ ਬੰਦ ਨੇ ਤੇ ਜਿਨ੍ਹਾਂ ਦੇ ਕੋਲ ਰਾਸ਼ਨ ਘਰ ਦੇ ਵਿੱਚ ਸੀ ਉਹ ਖਤਮ ਹੋ ਚੁੱਕਿਆ ਹੈ ਤੇ ਗਰੀਬ ਲੋਕਾਂ ਦਾ ਸਹਾਰਾ ਇਸ ਸਮੇਂ ਜੋ ਰਾਸ਼ਨ ਵੰਡਿਆ ਜਾ ਰਿਹਾ ਹੈ ਉਹੀ ਇੱਕ ਸਹਾਰਾ ਹੈ। ਤੇ ਇਸ ਵਿਚਾਲੇ ਜਦੋਂ ਨਹੀਂ ਕੋਈ ਰਾਹਤ ਪਹੁੰਚਦੀ ਤਾਂ ਫਿਰ ਲੋਕਾਂ ਦਾ ਗੁੱਸਾ ਕਿਸ ਤਰੀਕੇ ਨਾਲ ਫੁੱਟਦਾ ਤੇ ਉਹ ਜਾਮ ਲਗਾ ਦਿੰਦੇ ਨੇ ਤੇ ਪੁਲਿਸ ਉੱਥੇ ਪਹੁੰਚਦੀ ਹੈ ਲੋਕਾਂ ਨੂੰ ਹਟਾਉਣ ਦੇ ਲਈ ਤੇ ਫਿਰ ਪੁਲਿਸ ਵੀ ਅੱਗੇ ਲੋਕਾਂ ਦੇ ਉੱਤੇ ਕਹਿਰ ਬਣ ਕੇ ਟੁੱਟਦੀ ਹੈ। ਇਹ ਤਸਵੀਰਾਂ ਸਭ ਕੁਝ ਬਿਆਨ ਕਰ ਰਹੀਆਂ ਨੇ। ਮਹਿਲਾਵਾਂ ਨੂੰ ਵੀ ਨਹੀਂ ਬਖਸ਼ਿਆ ਗਿਆ ਪਰਗਨਾ ਪੱਛਮੀ ਬੰਗਾਲ ਦੇ ਵਿੱਚ। ਅਗਲੀ ਖਬਰ ਦਾ ਰੁਖ ਕਰਦੇ ਹਾਂ। ਖਬਰ ਨਵਾਂ ਸ਼ਹਿਰ ਤੋਂ। ਨਵਾਂ ਸ਼ਹਿਰ ਦੀ ਸਬਜ਼ੀ ਮੰਡੀ ਦੇ ਵਿੱਚ ਭੀੜ ਜੁੜ ਗਈ, ਜਿਹਾਂ ਸਵੇਰੇ ਵੱਡੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋ ਗਏ। ਸੋਸ਼ਲ ਡਿਸਟੈਂਸਿੰਗ, ਕਰਫਿਊ, ਲਾਕਡਾਊਨ, ਕਿਸੇ ਦਾ ਕੁਝ ਖਿਆਲ ਨਹੀਂ ਰੱਖਿਆ ਗਿਆ। ਮੰਡੀ ਦੇ ਵਿੱਚ ਸਾਫ਼ ਸਫਾਈ ਦਾ ਵੀ ਮਾੜਾ ਹਾਲ ਦੇਖਣ ਨੂੰ ਮਿਲਿਆ। ਵਿਵਸਥਾ ਬਣਾਉਣ ਦੇ ਲਈ ਪੁਲਿਸ ਕੰਮ ਤਾਂ ਜ਼ਰੂਰ ਕਰ ਰਹੀ ਹੈ, ਮੰਡੀ ਪ੍ਰਧਾਨ ਵੀ ਕਹਿ ਰਹੇ ਨੇ, ਪਰ ਜੋ ਤਸਵੀਰਾਂ ਸਾਹਮਣੇ ਆਈਆਂ ਉਹ ਸਭ ਕੁਝ ਬਿਆਨ ਕਰ ਰਹੀਆਂ ਨੇ ਕਿ ਸੋਸ਼ਲ ਡਿਸਟੈਂਸਿੰਗ ਨਹੀਂ ਸੀ, ਕਰਫਿਊ ਦੀ ਪਾਲਣਾ ਨਹੀਂ ਕੀਤੀ ਗਈ ਤੇ ਦੂਜੇ ਪਾਸੇ ਲਾਕਡਾਊਨ ਦਾ ਧਿਆਨ ਨਹੀਂ ਰੱਖਿਆ ਗਿਆ। ਇਹ ਨਵਾਂ ਸ਼ਹਿਰ ਦੀਆਂ ਤਸਵੀਰਾਂ ਨੇ। ਨਵਾਂ ਸ਼ਹਿਰ ਹੌਟਸਪੌਟ ਦੇ ਵਿੱਚੋਂ ਇੱਕ ਹੈ। ਬੇਸ਼ੱਕ 19 ਦੇ ਵਿੱਚੋਂ 18 ਮਰੀਜ਼ ਠੀਕ ਹੋ ਗਏ, ਸਾਰੇ ਮਰੀਜ਼ ਨਵਾਂ ਸ਼ਹਿਰ ਦੇ ਵਿੱਚ ਠੀਕ ਹੋ ਗਏ, ਪਰ ਚੁਣੌਤੀ ਇਸ ਸਮੇਂ ਵੀ ਸਾਹਮਣੇ ਹੈ ਨਵਾਂ ਸ਼ਹਿਰ ਦੇ ਪ੍ਰਸ਼ਾਸਨ ਦੇ ਕੋਲ, ਪ੍ਰਸ਼ਾਸਨ ਦੇ ਸਾਹਮਣੇ। ਪਰ ਮੰਡੀ ਦੇ ਵਿੱਚ ਲੋਕਾਂ ਨੂੰ ਜ਼ਰੂਰਤ ਹੈ ਸਬਜ਼ੀਆਂ ਖਰੀਦਣ ਦੀ, ਉਸ ਦੇ ਵਿੱਚ ਕੋਈ ਦੋ ਰਾਏ ਨਹੀਂ ਹੋ ਸਕਦੀ। ਪਰ ਕੀ ਵਾਕਈ ਇਸ ਤਰੀਕੇ ਦੇ ਨਾਲ ਮੰਡੀਆਂ ਦੇ ਵਿੱਚ ਭੀੜ ਜੁਟੇਗੀ ਤਾਂ ਫਿਰ ਕਰਫਿਊ ਦਾ, ਲਾਕਡਾਊਨ ਦਾ ਮਤਲਬ ਕੀ ਹੋਇਆ? ਸੋਸ਼ਲ ਡਿਸਟੈਂਸਿੰਗ ਕਰਨ ਦੀ ਜ਼ਰੂਰਤ ਕੀ ਹੈ? ਫਿਰ ਤਾਂ ਆਮ ਦਿਨਾਂ ਵਾਂਗ ਸਭ ਕੁਝ ਸ਼ੁਰੂ ਕਰ ਦੇਣਾ ਨਹੀਂ ਚਾਹੀਦਾ। ਤੇ ਕਿਤੇ ਨਾ ਕਿਤੇ ਸਵਾਲ ਪੂਰੇ ਪ੍ਰਸ਼ਾਸਨ ਤੇ ਮੰਡੀ ਪ੍ਰਸ਼ਾਸਨ ਦੇ ਉੱਤੇ ਵੀ ਹੈ ਕਿ ਜੇਕਰ ਮੰਡੀਆਂ ਖੁੱਲੀਆਂ ਨੇ ਤਾਂ ਇਸ ਚੀਜ਼ ਦਾ ਘੱਟੋ ਘੱਟ ਧਿਆਨ ਰੱਖਿਆ ਜਾਵੇ ਕਿ ਲੋਕ ਉੱਥੇ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਣ, ਕਿਤੇ ਸਬਜ਼ੀਆਂ ਲੈਣ ਗਏ ਲੋਕ ਕਰੋਨਾ ਦਾ ਸ਼ਿਕਾਰ ਨਾ ਹੋ ਜਾਣ। ਅੱਗੇ ਵਧਦੇ ਹਾਂ ਤੇ ਹੁਣ ਦੇਖਾਂਗੇ ਫਟਾਫਟ ਅੰਦਾਜ਼ ਦੇ ਵਿੱਚ ਕਰੋਨਾ ਦੇ ਨਾਲ ਜੁੜੀਆਂ ਹੋਈਆਂ ਪੰਜਾਬ ਭਰ ਦੀਆਂ ਤੇ ਦੇਸ਼ ਭਰ ਦੀਆਂ ਖਬਰਾਂ। ਜਲੰਧਰ ਦੀ ਮਹਿਲਾ ਦੀ ਕਰੋਨਾ ਰਿਪੋਰਟ ਨੈਗੇਟਿਵ ਆਈ ਹੈ, ਪਰ ਮਹਿਲਾ ਨੂੰ ਲੁਧਿਆਣਾ ਦੇ ਸੀਐਮਸੀ ਹਸਪਤਾਲ ਤੋਂ ਛੁੱਟੀ ਨਹੀਂ ਦਿੱਤੀ ਗਈ ਕਿਉਂਕਿ ਹਸਪਤਾਲ ਦਾ ਲਗਭਗ 5 ਲੱਖ ਰੁਪਏ ਦਾ ਬਿੱਲ ਬਕਾਇਆ ਹੈ। ਜਲੰਧਰ ਦੀ ਫਰੈਂਡਸ ਕਲੋਨੀ ਦੇ ਵਿੱਚ 500 ਦੇ 3 ਨੋਟ ਮਿਲਣ ਦੇ ਨਾਲ ਸਨਸਨੀ ਫੈਲ ਗਈ। ਪੁਲਿਸ ਨੇ ਨੋਟਾਂ ਨੂੰ ਕਬਜ਼ੇ ਦੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕੈਨੇਡਾ 'ਚ ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਾਤ ਦੇ ਵਿੱਚ ਮੌਤ ਹੋ ਗਈ। ਕੁਰੂਕਸ਼ੇਤਰ ਦੇ ਸ਼ਾਹਬਾਦ ਦਾ ਰਹਿਣ ਵਾਲਾ 18 ਸਾਲਾ ਨਵਜੋਤ ਸਿੰਘ ਪਿਛਲੇ ਸਾਲ ਕੈਨੇਡਾ ਗਿਆ ਸੀ। ਫਰੀਦਕੋਟ ਦੇ ਡਿਪਟੀ ਕਮਿਸ਼ਨਰ ਨੇ ਅਨਾਜ ਮੰਡੀਆਂ ਦਾ ਦੌਰਾ ਕੀਤਾ ਜਿੱਥੇ ਕਣਕ ਦੀ ਹਰ ਬੋਰੀ ਦਾ ਭਾਰ 700 ਗ੍ਰਾਮ ਤੱਕ ਘੱਟ ਸੀ। ਡਿਪਟੀ ਕਮਿਸ਼ਨਰ ਨੇ ਸਾਰੇ ਕਮਿਸ਼ਨ ਏਜੰਟਾਂ ਦੇ ਖਿਲਾਫ ਜਾਂਚ ਦੇ ਹੁਕਮ ਦਿੱਤੇ ਨੇ। ਹਾਂਸੀ 'ਚ ਇੱਕ ਮਹਿਲਾ ਨੇ 2 ਮੁੰਡਿਆਂ ਦੇ ਨਾਲ ਮਿਲ ਕੇ ਮਹਿਲਾ ਸਬ ਇੰਸਪੈਕਟਰ ਦੀ ਵਰਦੀ ਫਾੜ ਦਿੱਤੀ। ਇਲਜ਼ਾਮ ਨੇ ਪੁਲਿਸ ਨੇ ਮੁੰਡੇ ਦਾ ਚਲਾਨ ਕੀਤਾ ਸੀ, ਜਿਸ ਤੋਂ ਬਾਅਦ ਇੱਕ ਘਟਨਾ ਵਾਪਰੀ। ਮੋਗਾ 'ਚ ਕਿਸਾਨ ਆਪਣੀ ਕਣਕ ਮੰਡੀ ਦੀ ਥਾਂ ਅਡਾਨੀ ਸਾਈਲੋ ਦੇ ਵਿੱਚ ਦੇਣਾ ਪਸੰਦ ਕਰ ਰਹੇ ਨੇ। ਇੱਥੇ ਇੱਕ ਤਾਂ ਲੇਬਰ ਨਹੀਂ ਪੈਂਦੀ ਤੇ ਦੂਜਾ ਕੀਮਤ ਲਈ ਲੰਬਾ ਇੰਤਜ਼ਾਰ ਨਹੀਂ ਕਰਨਾ ਪੈਂਦਾ। ਸੁਲਤਾਨਪੁਰ ਲੋਧੀ ਦੇ ਵਿੱਚ ਗਰੀਬਾਂ ਨੂੰ ਦਿੱਤੀ ਜਾਣ ਵਾਲੀ ਕਣਕ ਦੇ ਵਿੱਚ ਹੇਰਾਫੇਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ 4 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ, ਜਿਨ੍ਹਾਂ ਦੇ ਵਿੱਚ 2 ਇੰਸਪੈਕਟਰ ਤੇ ਇੱਕ ਜ਼ਿਲ੍ਹਾ ਫੂਡ ਅਧਿਕਾਰੀ ਸ਼ਾਮਿਲ ਹੈ। ਪੰਜਾਬ ਪੁਲਿਸ ਜਿੱਥੇ ਲੋਕਾਂ ਦੀ ਮਦਦ ਕਰ ਰਹੀ ਹੈ ਤਾਂ ਉੱਥੇ ਲੋਕਾਂ ਦੇ ਜਨਮ ਦਿਨ ਤੇ ਕੇਕ ਵੀ ਦੇ ਰੱਖੀ ਹੈ। ਪਟਿਆਲਾ ਦੇ ਵਿੱਚ ਪੁਲਿਸ ਨੇ ਇੱਕ ਮਹਿਲਾ ਡਾਕਟਰ ਦੇ ਜਨਮ ਦਿਨ ਤੇ ਉਸ ਨੂੰ ਕੇਕ ਦਿੱਤਾ। ਪਟਿਆਲਾ ਦੀ ਬਹਾਦਰਗੜ੍ਹ ਦੀ ਅਨਾਜ ਮੰਡੀ ਦੇ ਵਿੱਚ ਐਫਸੀਆਈ ਟੀਮ ਪਹੁੰਚੀ ਤੇ ਖਰਾਬ ਹੋਈ ਫਸਲ ਦਾ ਮੁਆਇਨਾ ਕੀਤਾ ਗਿਆ। ਟੀਮ ਦੇ ਵੱਲੋਂ ਜ਼ਿਲ੍ਹੇ ਦੀਆਂ ਵੱਖੋ-ਵੱਖ ਮੰਡੀਆਂ ਦਾ ਦੌਰਾ ਕਰਕੇ ਮੀਂਹ ਦੇ ਨਾਲ ਨੁਕਸਾਨੀਆਂ ਗਈਆਂ ਫਸਲਾਂ ਦਾ ਮੁਆਇਨਾ ਕੀਤਾ ਗਿਆ। ਰਾਜਪੁਰਾ 'ਚ ਆਸ਼ਾ ਵਰਕਰਾਂ ਨੇ ਪਟਿਆਲਾ ਸਿਵਲ ਸਰਜਨ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਆਸ਼ਾ ਵਰਕਰਾਂ ਨੇ ਸਿਵਲ ਸਰਜਨ ਤੇ ਬਦਸਲੂਕੀ ਦਾ ਇਲਜ਼ਾਮ ਲਗਾਇਆ, ਜਦਕਿ ਸਿਵਲ ਸਰਜਨ ਨੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ।
ਸੋਨੀਪਤ ਦੇ ਪਿੰਡ ਬਿੰਦਰੌਲੀ ਦੇ ਵਿੱਚ ਅੱਗ ਲੱਗਣ ਕਾਰਨ 8 ਏਕੜ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ। ਫਾਇਰ ਬ੍ਰਿਗੇਡ ਦੀ ਟੀਮ ਨੇ ਲੋਕਾਂ ਦੀ ਮਦਦ ਦੇ ਨਾਲ ਅੱਗ ਉੱਤੇ ਕਾਬੂ ਪਾਇਆ। ਲਾਕਡਾਊਨ ਦੌਰਾਨ ਵੀ ਲੋਕ ਲਗਾਤਾਰ ਸੈਰ ਕਰ ਰਹੇ ਨੇ। ਸੋਨੀਪਤ ਦੇ ਵਿੱਚ ਪੁਲਿਸ ਨੇ ਅਜਿਹੇ ਲੋਕਾਂ ਦੇ ਖਿਲਾਫ ਕਾਰਵਾਈ ਕੀਤੀ। ਸੈਰ ਕਰਨ ਵਾਲਿਆਂ ਤੋਂ ਬੈਠਕਾਂ ਕਢਵਾਈਆਂ ਗਈਆਂ ਤੇ 10 ਲੋਕਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ। ਚੰਡੀਗੜ੍ਹ 'ਚ ਸੀਆਰਪੀਐਫ ਦੀ 51ਵੀਂ ਬਟਾਲੀਅਨ ਲੋੜਵੰਦਾਂ ਦੀ ਮਦਦ ਲਈ ਅੱਗੇ ਆਈ। ਜਵਾਨਾਂ ਨੇ ਚੰਡੀਗੜ੍ਹ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਖਾਣੇ ਦੇ 200 ਪੈਕੇਟ ਵੰਡੇ ਨੇ। ਗੁਰਦਾਸਪੁਰ ਦੇ ਬੇਅੰਤ ਇੰਜੀਨੀਅਰਿੰਗ ਕਾਲਜ ਦੇ ਸਟਾਫ ਨੂੰ ਸਰਕਾਰ ਨੇ ਤਨਖਾਹ ਦੀ ਚਿੱਠੀ ਜਾਰੀ ਕੀਤੀ ਹੈ। ਇਹਦਾ ਨਾਂ ਰੱਖਿਆ ਸੀ ਆਪਰੇਸ਼ਨ ਫਤਿਹ।